ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਜਸਮੀਤ ਤੇ ਚਾਹ ਤੇ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਜਸ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਵੀ ਕਰਦੀ ਹਾਂ। ਤੇ ਚਾਹ ਤੇ ਚਰਚਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਮੁੱਦੇ ਤੇ ਜੋ ਸਿੱਧਾ ਤੁਹਾਡੀ ਜੇਬ ਤੇ ਤੁਹਾਡੇ ਘਰ ਦੀਆਂ ਜ਼ਰੂਰੀ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਗੱਲ ਕਰਾਂਗੇ ਉਸ ਟੈਕਸ ਦੀ ਜਿਸ ਨੇ ਦੇਸ਼ ਦੀ ਅਰਥ ਵਿਵਸਥਾ ਦੀ ਜਿਹੜੀ ਆ ਤਸਵੀਰ ਬਦਲ ਦਿੱਤੀ। जी हाँ, GST यानी कि गुड्स एंड सर्विस टैक्स के बारे जिमें कि तुहानू पता ही आ कि GST के आने तो बाद भारत च टैक्स का जोड़ा सारा ढांचा ही बदल गया। एक राष्ट्र एक टैक्स का सुपना जोड़ा साकार होया, पर हुण GST के नवे सुधार GST बचत उत्सव के रूप में शुरू हुए हैं। जे ਅਸੀਂ 2017 ਦੀ ਗੱਲ ਕਰੀਏ ਤਾਂ 2017 ਦੇ ਵਿੱਚ ਜਦੋਂ GST ਆਇਆ ਤਾਂ ਲੋਕਾਂ ਨੇ ਕਿਹਾ ਕਿ ਹੁਣ ਸਾਰੇ ਟੈਕਸ ਇਕੱਠੇ ਹੋ ਕੇ ਇੱਕ ਹੋ ਗਏ ਨੇ। ਇੱਕ ਰਾਸ਼ਟਰ ਇੱਕ ਟੈਕਸ ਦਾ ਜਿਹੜਾ ਹੈ ਨਾਰਾ ਦਿੱਤਾ ਗਿਆ। ਪਰ ਜੇ ਹੁਣ ਅਸੀਂ 2025 ਦੀ ਗੱਲ ਕਰੀਏ ਤਾਂ PM ਨਰਿੰਦਰ ਮੋਦੀ ਨੇ GST ਬਚਤ ਉਤਸਵ ਦੀ ਸ਼ੁਰੂਆਤ ਕਰਦਿਆਂ ਵੱਡੇ ਸੁਧਾਰ ਤੇ ਐਲਾਨ ਕੀਤੇ ਹਨ। ਜਿਵੇਂ ਕਿ ਉਹਨਾਂ ਨੇ ਕਿਹਾ ਕਿ ਨਵਰਾਤਰੇ ਦੇ ਪਹਿਲੇ ਦਿਨ ਤੋਂ ਇਹ ਜਿਹੜੇ ਨਵੇਂ ਸੁਧਾਰ ਉਹ ਸ਼ੁਰੂ ਹੋਏ। ਇਹ ਹਰ ਗਰੀਬ ਮਿਡਲ ਕਲਾਸ ਤੇ ਜਿਹੜੀਆਂ ਨਵੀਆਂ ਕਲਾਸਿਸ ਡਬਲ ਜਿਹੜਾ ਆ ਬੋਨਸ ਹੋਏਗਾ। ਹੁਣ ਆਓ ਦੇਖਦੇ ਹਾਂ ਕਿ ਪਹਿਲਾਂ ਕਿੰਨਾ ਟੈਕਸ ਸੀ ਤੇ ਹੁਣ ਜਿਹੜਾ ਆ ਉਹ ਕਿੰਨਾ ਰਹਿ ਗਿਆ। ਨੋ ਡਾਊਟ ਜਦੋਂ GST ਆਇਆ ਤੇ ਹਰ ਇੱਕ ਇਨਸਾਨ ਦੀ ਜੇਬ ਤੇ ਫਰਕ ਪਿਆ, ਕਿਉਂਕਿ ਹਰ ਇੱਕ ਇਨਸਾਨ ਜੋ ਬਿਨਾਂ ਕਿਸੇ ਟੈਕਸ ਤੋਂ ਕੋਈ ਵੀ ਚੀਜ਼ ਲੈਂਦਾ ਸੀ ਤੇ ਉਹੀ ਜਿਹੜੇ ਆ ਆਮ ਚੀਜ਼ਾਂ ਜਿਹੜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਵਰਤਦੇ ਹਾਂ ਉਹਨਾਂ ਤੇ ਸਾਨੂੰ ਟੈਕਸ ਦੇਣਾ ਪਿਆ। ਜੇ ਅਸੀਂ ਗੱਲ ਕਰੀਏ ਦਾਲਾਂ ਤੇ ਰਾਸ਼ਨ ਤੇ ਉਸ ਤੇ ਵੀ ਸਾਨੂੰ ਟੈਕਸ ਦੇਣਾ ਪਿਆ। ਖਾਣ ਪੀਣ ਦੀਆਂ ਚੀਜ਼ਾਂ ਤੇ ਸਾਨੂੰ ਟੈਕਸ ਦੇਣਾ ਪਿਆ। ਕੱਪੜਿਆਂ ਦੀ ਜੇ ਗੱਲ ਕਰੀਏ ਤਾਂ ਕੱਪੜਿਆਂ ਤੇ ਸਾਨੂੰ ਟੈਕਸ ਦੇਣਾ ਪਿਆ। ਜੇ ਅਸੀਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਤੇ ਸਾਨੂੰ ਹੋਟਲਸ ਤੇ ਜਿਹੜਾ ਆ ਜਿੰਨਾ ਅਸੀਂ ਅਮਾਊਂਟ ਪੇ ਕਰਨਾ ਆ ਉਸ ਦੇ ਉੱਪਰ ਵੀ ਸਾਨੂੰ ਜਿਹੜਾ GST ਲੱਗ ਕੇ ਜਿਹੜਾ ਸਾਨੂੰ ਪੇ ਕਰਨਾ ਪੈਂਦਾ ਸੀ। ਤਾਂ ਕਿਤੇ ਨਾ ਕਿਤੇ ਅਸੀਂ ਇਹ ਸੋਚਦੇ ਸੀ ਕਿ ਜੇ ਅਸੀਂ ਕਿਤੇ ਜਾਣਾ ਆ ਤੇ ਉਹਨੇ ਦਾ ਤਾਂ ਸਾਡਾ ਖਰਚਾ ਨਹੀਂ ਜਿੰਨੇ ਸਾਨੂੰ ਉੱਪਰ ਜਿਹੜੇ ਐਕਸਟਰਾ ਲੱਗ ਜਾਂਦੇ ਨੇ। ਸੋ ਇੱਕ ਇਨਸਾਨ ਜਿਹਨੇ ਜਾਣਾ ਉਹਨੇ ਸੋਚਿਆ ਕਿ ਹੁਣ ਇਹ ਜਿਹੜੇ ਆ GST ਲੱਗਣ ਲੱਗ ਗਏ। ਪਰ ਹਾਲ ਹੀ ਦੇ ਵਿੱਚ ਜਿਹੜੇ ਹੁਣ GST ਦੇ ਵਿੱਚ ਸੁਧਾਰ ਹੋਏ ਨੇ, ਜੇ ਅਸੀਂ ਉਸ ਦੀ ਗੱਲ ਕਰੀਏ ਤਾਂ ਜਿੱਥੇ ਪਹਿਲਾਂ ਹੋਟਲ ਰੂਮਸ ਦੇ ਉੱਪਰ ਜਿਹੜਾ ਹੋਟਲਸ ਦੇ ਉੱਪਰ ਪਹਿਲਾਂ 12% GST ਲੱਗਦਾ ਸੀ ਤੇ ਜੇ ਅਸੀਂ ਹੁਣ ਗੱਲ ਕਰੀਏ ਤਾਂ ਇਹ ਘਟ ਕੇ ਜਿਹੜਾ ਆ 5% ਰਹਿ ਗਿਆ। ਮਤਲਬ ਜੇ 1000 ਰੁਪਏ ਦਾ ਪਹਿਲਾ ਰੂਮ ਸੀ ਤਾਂ ਪਹਿਲਾਂ ਸਾਨੂੰ 1120 ਰੁਪਏ ਦਾ ਪੈਂਦਾ ਸੀ, ਪਰ ਹੁਣ ਜਿਹੜਾ ਆ 1050 ਦੇ ਵਿੱਚ ਪਏਗਾ। ਤੇ ਕਿਤੇ ਨਾ ਕਿਤੇ ਇਹ ਆਮ ਜਨਤਾ ਤੇ ਬਹੁਤ ਫਰਕ ਪਾਉਂਦੀ ਹੈ, ਕਿਉਂਕਿ ਜਦੋਂ ਅਸੀਂ ਸੋਚਦੇ ਹਾਂ ਕਿ ਇੱਕ ਰੂਮ ਦੇ ਉੱਪਰ ਸਾਨੂੰ GST ਇੰਨਾ ਜ਼ਿਆਦਾ ਪੇ ਕਰਨਾ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਆਮ ਜਨਤਾ ਜਿਹੜੀ ਪ੍ਰਭਾਵਿਤ ਹੁੰਦੀ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕਿਤੇ ਘੁੰਮਣ ਫਿਰਨ ਜਾਣਾ ਤੇ ਖਰਚਾ ਸਾਡਾ ਜਿਹੜਾ ਜ਼ਿਆਦਾ ਹੋ ਜਾਏਗਾ। ਤੇ ਅਸੀਂ ਪਲਾਨ ਵੀ ਜਿਹੜੇ ਉਸ ਅਕੋਰਡਿੰਗਲੀ ਕਰਨੇ ਸ਼ੁਰੂ ਕਰ ਦਿੱਤੇ ਕਿ ਅਸੀਂ ਅਜਿਹੀ ਜਗ੍ਹਾ ਚਾਹੀਏ ਜਿੱਥੇ ਅਸੀਂ ਸਾਡਾ ਘੁੰਮਣਾ ਫਿਰਨਾ ਵੀ ਹੋ ਜੇ, ਸਾਡਾ ਖਰਚਾ ਵੀ ਘੱਟ ਹੋਏ ਤੇ ਸਾਨੂੰ ਰਹਿਣਾ ਵੀ ਨਾ ਪਏ। ਸੋ ਹੋਟਲਸ ਦਾ ਜਿਹੜਾ ਆ ਕਹਿ ਦਿੰਦੇ ਆ ਕਿ ਉਹਨਾਂ ਦੇ ਮਾਲਕ ਜਿਹੜੇ ਆ ਹੋਟਲਸ ਦੇ ਉੱਪਰ ਵੀ ਜਿਹੜਾ ਆ ਉਹ ਫਰਕ ਪਿਆ, ਕਿਉਂਕਿ ਜਿਹੜੇ ਟੂਰਿਸਟ ਆਉਣੇ ਜਿਹੜੇ ਉਹ ਘੱਟ ਗਏ। ਜੇ ਅਸੀਂ ਕੱਪੜਿਆਂ ਦੀ ਗੱਲ ਕਰੀਏ ਤਾਂ ਕੱਪੜੇ ਵੀ ਜਿਹੜੇ ਆ ਪਹਿਲਾਂ ਕੱਪੜਿਆਂ ਤੇ ਵੀ 12% GST ਲੱਗਦਾ ਸੀ, ਪਰ ਹੁਣ ਕੱਪੜਿਆਂ ਦੇ ਉੱਪਰ ਵੀ 5% ਜਿਹੜਾ ਆ GST ਲੱਗੇਗਾ। ਜੇ ਅਸੀਂ 800 ਰੁਪਏ 1000 ਰੁਪਏ ਦਾ ਸੂਟ ਲੈਣਾ 800 ਰੁਪਏ ਦਾ ਲੈਂਦੇ ਸੀ ਤਾਂ ਸਾਨੂੰ ਉਹਦੇ ਉੱਪਰ 96 ਰੁਪਏ ਉੱਪਰ ਲੱਗਦੇ ਸਨ, ਯਾਨੀ ਕਿ 896 ਰੁਪਏ ਸਾਨੂੰ ਇੱਕ ਸੂਟ ਤੇ ਦੇਣੇ ਪੈਂਦੇ ਸਨ ਜਿਹੜਾ ਕਿ ਸਿਰਫ ਸੂਟ ਜਿਹੜਾ ਸਿਰਫ 800 ਰੁਪਏ ਦਾ ਹੁੰਦਾ ਸੀ। ਪਰ ਜੇ ਹੁਣ ਅਸੀਂ ਗੱਲ ਕਰੀਏ ਤਾਂ ਸਾਨੂੰ ਉੱਪਰ ਜਿਹੜੇ ਉਹ 40 ਰੁਪਏ ਦੇਣੇ ਪੈਣਗੇ, ਯਾਨੀ ਕਿ 800 ਵਾਲਾ ਸੂਟ ਜਿਹੜਾ ਸਾਨੂੰ 840 ਦਾ ਪਏਗਾ। ਤੇ ਉੱਥੇ ਹੀ ਜੇ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਮ ਵਰਤੋਂ ਵਾਲੀ ਚੀਜ਼ਾਂ ਦੀ ਗੱਲ ਕਰੀਏ, ਦਾਲਾਂ ਆਟੇ ਦੀ ਗੱਲ ਕਰੀਏ ਤਾਂ ਪਹਿਲਾਂ 5 ਤੋਂ 12% ਦੀ ਸਲੈਬ ਤੇ ਸੀ,
पर हुण ये चीज़ां ਜਿਹੜੀਆਂ ਉਹ 5% ਚ ਲਿਆਂਦੀਆਂ ਗਈਆਂ, ਜਿਹੜੀ कि 100 रुपए किलो दाल ਜਿਹੜੀ ਸੀ ਪਹਿਲਾਂ ਸਾਨੂੰ 112 रुपए ਦੀ ਪੈਂਦੀ ਸੀ ਤੇ ਹੁਣ ਸਿਰਫ ਇਹ ਸਾਨੂੰ 105 रुपए ਵਿੱਚ ਪਏਗੀ। ਤੇ ਉੱਥੇ ਹੀ ਜੇ ਅਸੀਂ ਇਲੈਕਟ੍ਰੀਕਲ ਚੀਜ਼ਾਂ ਦੀ ਗੱਲ ਕਰੀਏ, ਫੈਨ ਦੀ ਗੱਲ ਕਰੀਏ, LEDs ਦੀ ਗੱਲ ਕਰੀਏ, ਮੋਬਾਈਲ ਫੋਨਸ ਦੀ ਗੱਲ ਕਰੀਏ, ਤਾਂ ਪਹਿਲਾਂ 18% ਸੀ ਤੇ ਹੁਣ ਇਹ ਵੀ ਜਿਹੜੇ ਆ 12% ਤੇ ਆ ਗਏ ਹਨ। ਸੋ ਕਿਤੇ ਨਾ ਕਿਤੇ ਆਮ ਜਨਤਾ ਦੀ ਜਿਹੜਾ ਆ ਜੇਬ ਤੇ ਫਰਕ ਤਾਂ ਜਿਹੜਾ ਕਹਿੰਦੇ ਹਨ ਕਿ ਪਿਆ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿੰਦੇ ਤੇ ਜਿਹੜਾ ਹੁਣ ਅਸੀਂ ਆਮ ਜਨਤਾ ਦੀ ਗੱਲ ਕਰੀਏ, ਇੱਕ ਮਿਡਲ ਕਲਾਸ ਜਨਤਾ ਦੀ ਗੱਲ ਕਰੀਏ, ਤਾਂ ਉਹ ਨਾ ਲੋਕਾਂ ਦੀ ਜੇਬ ਤੇ ਜਿਹੜਾ ਹੈ ਇੱਕ ਵੱਡਾ ਅਸਰ ਹੋਏਗਾ, ਇੱਕ ਵੱਡੀ ਜਿਹੜੀ ਆ ਉਹ ਬਚਤ ਹੋਏਗੀ। ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਇਹ ਸ਼ਿਕਾਇਤਾਂ ਸੀ, ਬਹੁਤ ਸਾਰੇ ਲੋਕਾਂ ਦੇ ਸਵਾਲ ਸੀ ਕਿ ਜੇ ਮੈਨੂੰ ਇੱਕ ਘਰ ਦਾ ਖਰਚਾ ਚਲਾਉਣਾ ਆ ਤੇ ਜੋ ਮੇਰੀ ਇਨਕਮ ਹੈ, ਜੋ ਉਹਦੇ ਉੱਤੇ ਮੈਂ ਇੰਨਾ ਮੈਨੂੰ ਟੈਕਸ ਪੈ ਜਾਂਦਾ ਆ ਤੇ ਉਨੀ ਅਮਾਊਂਟ ਦੇ ਵਿੱਚ ਮੇਰੇ ਘਰ ਦਾ ਜਿਹੜਾ ਖਰਚਾ ਵੀ ਨਹੀਂ ਚੱਲਦਾ ਆ। ਸੋ ਜੇ ਅਸੀਂ ਲੋਕਾਂ ਨਾਲ ਜੁੜੀਆਂ ਕੁਝ ਕਹਾਣੀਆਂ ਦੀ ਗੱਲ ਕਰੀਏ ਤਾਂ ਜਿੱਥੇ ਲੁਧਿਆਣੇ ਦਾ ਇੱਕ ਦਰਜੀ ਪਹਿਲਾਂ 12% ਕਰਨ ਜਿਹੜੇ ਕੱਪੜੇ ਉਹ ਮਹਿੰਗੇ ਦਿੰਦਾ ਸੀ, ਪਰ ਹੁਣ ਉਹਨਾਂ ਦੇ ਜੇ ਕੱਪੜਿਆਂ ਦੀ ਅਸੀਂ ਗੱਲ ਕਰੀਏ ਉਹਨਾਂ ਤੇ 5% ਲੱਗਣ ਲੱਗ ਗਿਆ। ਤੇ ਉਹ ਕਹਿੰਦੇ ਹਨ ਕਿ ਜਿਹੜੇ ਸਾਡੇ ਇਸ ਚੀਜ਼ ਨਾਲ ਜਿਹੜੇ ਆ ਗਾਹਕ ਵੱਧ ਗਏ ਨੇ, ਕਿਉਂਕਿ ਆਮ ਜਨਤਾ ਜਿਹੜਾ ਉਹ ਸੋਚਦੀ ਹੈ ਕਿ ਜੇ ਅਸੀਂ ਹੁਣ ਇੱਕ ਚੀਜ਼ ਲੈਣੀ ਆ ਉਸ ਦੇ ਉੱਪਰ ਉਹਨੇ ਤਾਂ ਸਾਨੂੰ ਉੱਪਰ ਟੈਕਸ ਵੀ ਤਾਂ ਦੇਣਾ ਪਏਗਾ। ਤੇ ਕਿਤੇ ਨਾ ਕਿਤੇ ਜਿੱਥੇ ਅਸੀਂ ਦੋ ਚੀਜ਼ਾਂ ਲੈਣੀਆਂ ਹੁੰਦੀਆਂ ਸੀ ਉੱਥੇ ਅਸੀਂ ਇੱਕ ਹੀ ਲੈਂਦੇ ਆ। ਤੇ ਹੁਣ ਜੇ ਘਟੇਗਾ ਤੇ ਉਸ ਚੀਜ਼ ਨਾਲ ਵੀ ਜਿਹੜਾ ਫਰਕ ਪਏਗਾ। ਜਿਹੜੇ ਆਮ ਦੁਕਾਨਦਾਰ ਨੇ ਉਹਨਾਂ ਤੋਂ ਜਿਹੜੇ ਆ ਗਾਹਕ ਜਿਹੜੇ ਉਹ ਵਧਣਗੇ, ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਵੱਧ ਵਿਕਣਗੀਆਂ। ਉੱਥੇ ਹੀ ਜੇ ਅਸੀਂ ਜਲੰਧਰ ਦੀ ਗੱਲ ਕਰੀਏ ਤੇ ਇੱਕ ਹੋਟਲ ਮਾਲਕ ਦੇ ਕਹਿਣਾ ਹੈ ਕਿ ਪਹਿਲਾਂ ਕਮਰੇ ਮਹਿੰਗੇ ਹੁੰਦੇ ਸਨ ਤੇ ਜਿਹੜੀ ਬੁਕਿੰਗ ਉਹ ਸਾਡੀ ਘੱਟ ਹੁੰਦੀ ਸੀ, ਪਰ ਹੁਣ ਜਿਹੜੇ ਆ GST ਘੱਟ ਲੱਗੇਗਾ, ਯਾਨੀ ਕਿ 5% ਲੱਗੇਗਾ। ਤੇ ਇਸ ਦੇ ਨਾਲ ਕੀ ਹੋਇਆ ਆ ਕਿ ਹੋਟਲਸ ਦੀ ਓਕੂਪੈਂਸੀ ਜਿਹੜੀ ਆ ਉਹ ਵੱਧ ਗਈ ਆ, ਯਾਨੀ ਕਿ ਹੁਣ ਆਮ ਜਨਤਾ ਜਿਹੜੀ ਆ ਉਹਨਾਂ ਨੂੰ ਲੱਗਣ ਲੱਗਿਆ ਕਿ ਠੀਕ ਆ ਹੁਣ ਜਿਹੜਾ ਆ ਸਾਡੀ ਬਚਤ ਆ, ਇੰਨਾ ਕੁ ਤਾਂ ਅਸੀਂ ਪੇ ਕਰ ਸਕਦੇ ਹਾਂ, ਪਰ ਜਦੋਂ ਨਜਾਇਜ਼ ਹੁੰਦਾ ਹੈ ਫਿਰ ਸਾਨੂੰ ਲੱਗਦਾ ਹੈ ਕਿ ਨਹੀਂ ਇਹ ਹੁਣ ਅਸੀਂ ਨਹੀਂ ਕਰ ਸਕਦੇ। ਅੰਮ੍ਰਿਤਸਰ ਦੀ ਜੇ ਇੱਕ ਅਸੀਂ ਘਰੇਲੂ ਔਰਤ ਦੀ ਗੱਲ ਕਰੀਏ ਤਾਂ ਦਾਲ ਤੇ ਘਿਓ ਮਹਿੰਗਾ ਸੀ, ਪਰ ਹੁਣ ਉਹਨੂੰ ਸਸਤਾ ਮਿਲ ਰਿਹਾ ਤੇ ਉਸਦਾ ਕਹਿਣਾ ਹੈ ਕਿ ਮੇਰਾ ਬਜਟ ਜਿਹੜਾ ਆ ਉਹ ਬਚ ਗਿਆ ਆ। ਕਿਉਂਕਿ ਕਹਿੰਦੇ ਨੇ ਕਿ ਖਰਚੇ ਵੱਧਦੇ ਰਹਿੰਦੇ ਨੇ, ਪਰ ਇੱਕ ਆਮ ਜੇ ਅਸੀਂ ਚੀਜ਼ ਦੀ ਗੱਲ ਕਰੀਏ, ਇੱਕ ਜਿੰਨੇ ਅਸੀਂ ਕਮਾਉਂਦੇ ਆ, ਕਮਾਈ ਕਰਦੇ ਆ ਤੇ ਉਹਦੇ ਵਿੱਚੋਂ ਵੀ ਅਸੀਂ ਘਰ ਦਾ ਇੱਕ ਖਰਚਾ ਚਲਾਉਣਾ ਆ ਤੇ ਉਹ ਖਰਚਾ ਵੀ ਜਿਹੜਾ ਜੇ ਸਾਡਾ ਪੂਰਾ ਨਹੀਂ ਹੋ ਰਿਹਾ ਤੇ ਸਾਨੂੰ ਲੱਗਦਾ ਆ ਕਿ ਜਿਹੜੇ ਅਸੀਂ ਇਹ ਪੈਸੇ ਉੱਪਰ ਦੇ ਰਹੇ ਆ, ਸਾਨੂੰ ਟੈਕਸ ਲੱਗ ਰਿਹਾ ਆ ਤੇ ਉਸ ਕਰਕੇ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਹੈ ਤੇ ਉਹਦੇ ਕਰਕੇ ਜਿਹੜੀ ਅਸੀਂ ਬਚਤ ਆ ਉਹ ਕਰ ਹੀ ਨਹੀਂ ਪਾ ਰਹੇ। ਫਗਵਾੜਾ ਦੇ ਇੱਕ ਉਦਯੋਗਪਤੀ ਦਾ ਕਹਿਣਾ ਹੈ ਕਿ GST ਪੋਰਟਲ ਜਿਹੜਾ ਹੈ ਪਹਿਲਾਂ ਔਖਾ ਸੀ, ਹੁਣ ਸੌਖਾ ਹੋ ਗਿਆ ਆ, ਰਿਟਰਨਸ ਜਿਹੜੇ ਆ ਉਹ ਆਸਾਨ ਹੋ ਗਏ ਨੇ। ਸੋ ਜਿੱਥੇ GST ਆਉਣ ਦੇ ਨਾਲ ਫਾਇਦੇ ਹੋਏ ਨੇ, ਉੱਥੇ ਹੀ ਕੁਝ ਚੁਣੌਤੀਆਂ ਵੀ ਖੜੀਆਂ ਹੋਈਆਂ ਨੇ। ਜੇ ਅਸੀਂ ਫਾਇਦਿਆਂ ਦੀ ਗੱਲ ਕਰੀਏ ਤਾਂ ਆਮ ਗ੍ਰਾਹਕ, ਆਮ ਜਨਤਾ ਦੀ ਜੇ ਅਸੀਂ ਜੇਬ ਦੀ ਗੱਲ ਕਰੀਏ ਤਾਂ ਜੇਬ 'ਚ ਉਹਨਾਂ ਦੀ ਬਚਤ ਹੋਈ ਹੈ। ਜਿੱਥੇ ਸਿਲੰਡਰ ਪਹਿਲਾਂ ਮਹਿੰਗੇ ਸਨ ਉੱਥੇ ਰੇਟ ਘਟੇ ਨੇ। ਜਿਸ ਤਰ੍ਹਾਂ ਨੇ ਗੱਡੀਆਂ ਲੈਣੀਆਂ ਨੇ ਉਹਨਾਂ 'ਤੇ ਵੀ ਫਰਕ ਪਿਆ। ਪਰ ਜੇ ਅਸੀਂ ਟੈਕਸ ਦੀ ਗੱਲ ਕਰੀਏ, ਜਿਵੇਂ ਜੇ ਅਸੀਂ ਪੈਟਰੋਲ ਦੀ ਗੱਲ ਕਰੀਏ ਤਾਂ ਪੈਟਰੋਲ ਜਦੋਂ ਅਸੀਂ ਸਟਾਰਟਿੰਗ 'ਚ ਜਦੋਂ ਨਹੀਂ ਕੋਈ ਟੈਕਸ ਸੀ ਜਾਂ ਅਲੱਗ-ਅਲੱਗ ਸੀ ਤਾਂ ਉਦੋਂ ਵੀ ਪੈਂਦਾ ਸੀ, ਹੌਲੀ ਹੌਲੀ ਕੀਮਤਾਂ ਵੀ ਵਧੀਆਂ, ਪਰ ਫਿਰ ਬਾਅਦ ਵਿੱਚ ਜਦੋਂ ਇੱਕ ਰਾਸ਼ਟਰ ਇੱਕ ਟੈਕਸ ਦਾ ਨਾਰਾ ਲਗਾਇਆ ਗਿਆ ਤੇ ਫਿਰ GST, ਪਰ ਹੁਣ ਜਿਹੜਾ ਆ ਉਹਨਾਂ ਦੇ ਉੱਪਰ ਰੇਟ ਘਟੇ ਤੇ ਹੁਣ ਆਮ ਜਨਤਾ ਦੀ ਜੇਬ ਤੇ ਜਿਹੜਾ ਆ ਉਹ ਫਰਕ ਪੈਣ ਲੱਗਿਆ। ਆਮ ਜਨਤਾ ਜਿਹੜੀ ਉਹਨਾਂ ਨੂੰ ਇਹ ਕਿ ਠੀਕ ਆ, ਪਹਿਲਾਂ ਜਿਹੜੀਆਂ ਚੀਜ਼ਾਂ ਤੇ ਅਸੀਂ ਜਿੱਥੇ 18% 12% ਦਿੰਦੇ ਸੀ ਉੱਥੇ ਸਾਨੂੰ 5% ਦੇਣਾ ਪਏਗਾ ਤੇ ਉਹੀ ਜਿਹੜਾ 7% ਬਚਦਾ ਹੈ ਉਹ ਸਾਡੀ ਜੇਬ ਦੇ ਵਿੱਚ ਰਹੇਗਾ। ਸੋ ਹੋਰ ਕਿਹਨਾਂ ਚੀਜ਼ਾਂ ਦੇ ਵਿੱਚ ਫਾਇਦੇ ਹੋਏ ਤੇ ਕੀ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪਿਆ, ਇਸ ਬਾਰੇ ਵੀ ਆਪਾਂ ਚਾਹ ਤੇ ਚਰਚਾ ਦੇ ਵਿੱਚ ਗੱਲ ਕਰਾਂਗੇ। ਪਰ ਤੁਸੀਂ ਕਿਤੇ ਨਾ ਜਾਇਓ, ਮਿਲਦੇ ਨਹੀਂ ਕਿ ਬ੍ਰੇਕ ਤੋਂ ਬਾਅਦ।
ब्रेक तो बाद एक बार फिर थोड़ा सारे जणों का स्वागत करते हैं प्रोग्राम चाह ते चर्चा तो मुझ ते अज असीं गल कर रहे हैं GST नूं लैके यानी कि गुड्स एंड सर्विस टैक्स नूं लैके कि पहला किन्ना परसेंट जिहड़ा है GST लगता सी ते हुण जिहड़ा है नरेंद्र मोदी दे वल्लों ऐलान किया गया उन्हां दे वल्लों बचत का ऐलान किया गया कि हुण टैक्स जिहड़ा है जिथे 12% लगता सी उत्थे हुण 5% लगेगा 7% जिहड़ा है वो साडी बचत होएगी। सो बहुत सारिया चीज़ों के उपर टैक्स जिथे घटे हैं कई चीज़ों ते वधे भी ने। सो उस टैक्स नूं लैके असीं जे गल कर रहे हैं कहंदे ने कि आम जनता जिहड़ी आ उन्हां नूं हुण टैक्स दे स्लैब जिहड़ी आ वो समझ आउण लग गई, उन्होंने रिटर्नस फाइल करना जिहड़ा है वो सौखा लगन लग गया। उन्होंने कहा कि जे उत्थे कुछ फायदे लोगों को हो रहे ने तो उत्थे ही कुछ चीज़ां जिहड़ियां उन्हां लई चुनौतियां भी सामने हैं। कुछ चीज़ां अजे भी ने जिहड़ियां 18% की स्लैब दे विच ने, जिवें जे असीं AC की गल करिए, कारां की गल करिए, कुछ मशीनां की गल करिए। इंप्लीमेंटेशन ग्राउंड तो जिहड़ी वो कहते सही करनी ही पएगी। छोटे व्यापारियों की जो असीं गल करिए तो छोटे व्यापारियों नूं लाभ जिहड़ा है वो ग्राहक तक पहुँचाउणा पवेगा। सो यही आ कि जे असीं एक खर्चा करते हैं ठीक है सानूं हुण उहदे ते घट करना पेगा तो कुछ जिहड़ा है साडी जेब बचत भी होएगी क्योंकि कहते हैं ना कि जदों जेब के विचों साडी कोई चीज़ आती है जे साडे जेब के विचों जिन्ने दी चीज़ आउंदे विचों 1 रुपया भी जिहड़ा साडा एक्स जाता है तो सानूं फील हुंदा है कि नहीं इन्नी चीज़ नहीं। तो हुण किते ना किते आम जनता दे विच जिहड़ा आ खुशी भी आ क्योंकि जिथे उन्हां दे जे वो 120 रुपये एक्सट्रा पे करते सन तो हुण उत्थे उन्होंने 50 रुपये करियाने पिया करनगे तो 70 रुपये जिहड़े उन्हां दी जेब दे विच होणगे क्योंकि 70 रुपये जिहड़े उन्हां दे वो अपने होणगे। सो GST बचत उत्सव जिहड़ा है वाकई लोगों के लिए एक वड्डा तोहफा है। पहला 12 ते 18% वाली चीज़ां जिहड़ियां हुण 5 ते 12 की स्लैब दे विच आ गईयां ने। इस बचत नाल हर घर नूं जिहड़ा है बचत होएगी। PM मोदी ने कहा सी कि GST सुधार भारत की विकास यात्रा नूं तेज करनगे ते लगता है कि शायद ये बदलाव जिहड़ा है वो सचमुच ही लोगों की जिंदगी दे विच जिहड़ा है वो खुशी लियाउणगे क्योंकि जिथे आम जनता जिहड़ा आ हर एक चीज़ नूं लैके सोचना सी क्योंकि जे असीं किसी गड्डी नूं लैण दे बारे सोचदे हां तो उहदे विच भी जे असीं गल करिए असीं सोचदे सी कि एक गड्डी इन्ने दी है हुण उहदे ते टैक्स पा के जिहड़े सानूं बहुत ज़्यादा पे। उत्थे ही जे असीं पैट्रोल की गल करिए तो उन्होंने ये हुंदा सीगा कि जे एक चीज़ तो असीं लै ली आ हुण बट जिहड़ी आम वरतों जिहड़ी असीं डेली यूज़ आ क्योंकि गड्डी जे हुण असीं लई है तो यह तो होएगा नहीं कि असीं उस गड्डी नूं जां तां घड़े खड़ा दांगे तो यह भी नहीं होएगा कि बिना पेट्रोल तो चलेगी। सो पैट्रोल दीयां कीमतां भी जिवें जिवें वधियां उन्हां दे उपर जिहड़ा आ सानूं टैक्स भी देना पिया ते आम जनता चीज़ां नूं सोचण लगी। जे असीं आम चीज़ां की गल करिए जो असीं खांदे पींदे आ आम साडे घरां दे विच चलदियां ने उन्हां ते भी सानूं पहलां वध टैक्स देना पैंदा सी। सो एक इंसान जिहड़ा कहंदे ने कि सिर्फ अपने गुजारे जोगा जो उन्होंने चीज़ां रोज़मर्रा की जिंदगी दे विच थोड़ियां चाहीदियां सी जिन्हां बिना नहीं सरदा सी। जेकर असीं आम इंसान की गल करिए तो वो सिर्फ उही लिया पाउंदा सी क्योंकि बजट इन्ना नहीं हुंदा सीगा कि वो कुछ एक्सट्रा जिहड़ा है वो आपदे लई कर पाउण क्योंकि चीज़ां जिहड़ियां है महंगाई वधी सी उस दे उपर भी जिहड़े आ सानूं टैक्स देना पैंदा है क्योंकि असीं कहने हैं ना कि जे असीं एक मिडल क्लास इंसान की गल करिए या उन्हां इंसानां की गल करिए जिहड़ा रोज़ाना सिर्फ जो सवेरे निकलते हैं शाम की दिहाड़ी तक जिहड़ा आ अपना उस दिहाड़ी नाल ही उन्हां दा गुजारा चलता है जो उन्होंने अज कमाया आ उस नाल ही उन्होंने अपना अज घर चलाउणा आ ते अगले दिन बारे जिहड़ा वो फिर सोचणगे कि अगले दिन हुण असीं काम ते जावांगे तो फिर ही साडी जेब दे विच जिहड़ा है पैसा आएगा तो साडी जिंदगी दा जिहड़ा है गुजारा होएगा। सो कहंदे आ ना कि जिंदगी कदे भी रुकती नहीं है। ठीक है जिंदगी चलाउणी पैंदी है पर जे हुण उन्हां नूं उही पैसा जिहड़ा आ घटेगा उन्हां नूं उन्हां दी जेब चों घट देना पेगा तो आम जनता की जिहड़ी जेब ते असर जिहड़ा है वो जरूर होएगा क्योंकि आम जनता नूं जिहड़ा आ दे विच खुशी भी आ चंगा माहौल भी आ क्योंकि उन्हां नूं टैक्स दीयां दरां जिहड़ियां वो घट गईयां ने क्योंकि उन्हां नूं टैक्स जिहड़ा हुण घट पे करना पे। जिथे असीं कहने आ कि
ਜ਼ਿੰਦਗੀ ਦੇ ਵਿੱਚ ਬਦਲਾਅ ਜ਼ਰੂਰੀ ਹੈ, ਕਿਉਂਕਿ ਪਹਿਲਾਂ ਜਦੋਂ 18% ਸੀ ਉਦੋਂ ਵੀ ਜਿਹੜੇ ਆ ਪੇ ਤਾਂ ਕਰਦੇ ਸੀ, ਪਰ ਕਿਤੇ ਨਾ ਕਿਤੇ ਆਮ ਜਨਤਾ ਦੀ ਸਲੈਬ ਨੂੰ ਜਿਹੜਾ ਸਮਝ ਨਹੀਂ ਆਉਂਦਾ ਸੀ ਕਿ 18% ਕਿਸ 'ਤੇ ਲੱਗੇਗਾ, 12% ਕਿਸ 'ਤੇ ਲੱਗੇਗਾ। ਹੁਣ ਜਿਹੜਾ ਉਹ ਘਟ ਗਿਆ ਆ, ਤਾਂ ਕਿਤੇ ਨਾ ਕਿਤੇ ਜਿਹੜੇ ਆ ਆਮ ਜਨਤਾ ਨੂੰ ਜਿਹੜੇ ਆ ITR ਦਾ ਪੋਰਟਲ ਸਮਝਣ ਦੇ ਵਿੱਚ ਵੀ ਆਸਾਨੀ ਹੋਊਗੀ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਠੀਕ ਹੈ ਇੰਨੀਆਂ ਚੀਜ਼ਾਂ ਅਸੀਂ ਖਰਚੀਆਂ ਆ ਤੇ ਇੰਨਾ ਕੁ ਸਾਨੂੰ। ਪਰ ਜਦੋਂ ਜੀ ਅਸੀਂ GST ਦੀ ਸ਼ੁਰੂਆਤ ਦੀ ਗੱਲ ਕਰੀਏ, ਜਦੋਂ GST ਦੀ ਸ਼ੁਰੂਆਤ ਹੋਈ ਸੀ ਤੇ ਆਮ ਜਨਤਾ ਨੂੰ ਜਿਹੜੇ ਆ ਰਿਟਰਨਸ ਫਾਈਲ ਕਰਨੀਆਂ ਪੈਂਦੀਆਂ ਸੀ ਤੇ ਉਹਨਾਂ ਨੂੰ ਇਹ ਚੀਜ਼ ਵੀ ਮੁਸ਼ਕਿਲ ਲੱਗਦੀ ਹੁੰਦੀ ਸੀ, ਕਿਉਂਕਿ ਇੰਨੀਆਂ ਸਲੈਬ ਸੀਗੀਆਂ ਕਿ ਸਲੈਬ ਦੇ ਵਿੱਚ ਕਿੰਨਾ ਟੈਕਸ ਸੀਗਾ, ਉਹ ਚੀਜ਼ਾਂ ਸਮਝਣੀਆਂ ਜਿਹੜੀ ਬਹੁਤ ਮੁਸ਼ਕਿਲ ਸੀਗੀਆਂ। ਪਰ ਹੁਣ ਜੇ ਬਚਤ ਹੋ ਰਹੀ ਹੈ, ਘੱਟ ਹੋ ਰਿਹਾ ਆ, ਤੇ ਉਹ ਆਮ ਜਨਤਾ ਦੀ ਜੇਬ ਤੇ ਵੀ ਜਿਹੜਾ ਅਸਰ ਉਹ ਜ਼ਰੂਰ ਪਾਏਗਾ। ਕਹਿ ਸਕਦੇ ਹਾਂ ਕਿ ਆਮ ਜਿਹੜੇ ਲੋਕ ਜਿਹੜੇ ਸਿਰਫ ਆਪਣਾ ਗੁਜ਼ਾਰਾ ਕਰਦੇ ਸਨ, ਉਹ ਹੁਣ ਜਿਹੜਾ ਆ ਆਪਣੀ ਲੋੜ ਤੋਂ ਥੋੜਾ ਵੱਧ ਜਿਹੜੇ ਆ ਹੋਰ ਵਧੀਆ ਤਰੀਕੇ ਦੇ ਨਾਲ ਜੀ ਸਕਣਗੇ, ਕਿਉਂਕਿ ਉਹਨਾਂ ਦੀ ਜੇਬ ਤੇ ਜਿਹੜਾ ਆ ਅਸਰ ਉਹ ਘੱਟ ਪਏਗਾ। ਜੋ ਪੈਸੇ ਉਹ ਪਹਿਲਾਂ GST ਦੇ ਥਰੂ ਜਿਹੜੇ ਆ ਪੇ ਕਰਦੇ ਸਨ, ਹੁਣ ਉਹਨਾਂ ਦੀ ਜਿਹੜੀ ਬਚਤ ਆ ਉਹ ਉਹਨਾਂ ਦੀ ਜੇਬ ਦੇ ਵਿੱਚ ਰਹੇਗੀ। ਸੋ ਸਾਰੇ ਇਹੀ ਉਮੀਦ ਕਰਦੇ ਨੇ ਕਿ ਇਹ ਬਦਲਾਅ ਜਿਹੜਾ ਆ ਵਾਕਈ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਆ ਉਹ ਖੁਸ਼ੀ ਲੈ ਕੇ ਆਉਣਗੇ, ਕਿਉਂਕਿ ਕੋਈ ਵੀ ਚੀਜ਼ ਆ, ਇੱਕ ਇਨਸਾਨ ਜਿਹੜਾ ਆ ਉਹ ਮਿਹਨਤ ਕਰਦਾ ਆ, ਮਿਹਨਤ ਦੇ ਨਾਲ ਜਿਹੜਾ ਉਸ ਪੈਸੇ ਨੂੰ ਕਮਾਉਂਦਾ ਆ, ਤੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਜਿਹੜੇ ਮੇਰੇ ਕਮਾਏ ਹੋਏ ਪੈਸੇ ਨੇ ਉਹਦੇ ਉੱਪਰ ਵੀ ਜਿਹੜਾ ਕੁਝ ਹਿੱਸਾ ਜਿਹੜਾ ਉਹ ਮੈਨੂੰ GST ਪੇ ਕਰਨਾ ਪਏਗਾ, ਤੇ ਬਹੁਤ ਔਖਾ ਲੱਗਦਾ ਹੈ, ਕਿਉਂਕਿ ਅਸੀਂ ਕਹਿੰਦੇ ਆ ਕਿ ਕਮਾਈ ਅਸੀਂ ਕੀਤੀ ਆ, ਸਾਰਾ ਦਿਨ ਮਿਹਨਤ ਅਸੀਂ ਕੀਤੀ ਆ, ਤੇ ਅਸੀਂ ਇਹ ਟੈਕਸ ਜਿਹੜਾ ਕਿਉਂ ਪੇ ਕਰੀਏ। ਪਰ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵਧੀ, ਹੋਰ ਚੀਜ਼ਾਂ ਜਿਹੜੀਆਂ ਉਹ ਆਨਲਾਈਨ ਹੋਈਆਂ, ਟੈਕਸ ਜਿਹੜੀਆਂ ਆ, ਕਿਉਂਕਿ ਪਹਿਲਾਂ ਕਿਸੇ ਤੇ ਕਿੰਨਾ ਸੀ, ਕਿਸੇ ਤੇ ਕਿੰਨਾ ਸੀ, ਹਰ ਇੱਕ ਸਲੈਬ ਦੇ ਹਿਸਾਬ ਨਾਲ ਅਲੱਗ-ਅਲੱਗ ਸੀ। ਪਰ ਹੁਣ ਜਦੋਂ ਫਿਰ ਇੱਕ ਟੈਕਸ, ਇੱਕ ਦੇਸ਼ ਦਾ ਜਿਹੜਾ ਇੱਕ ਰਾਸ਼ਟਰ ਦਾ ਨਾਰਾ ਲਗਾਇਆ ਗਿਆ, ਤੇ ਉਸ ਤੋਂ ਬਾਅਦ ਟੈਕਸ ਦੀ ਕੀਮਤਾਂ ਦੇ ਵਿੱਚ ਜਿਹੜੇ ਆ ਬਦਲਾਅ ਹੋਏ। ਪਰ ਅਜੇ ਵੀ ਕੁਝ ਚੀਜ਼ਾਂ ਮਹਿੰਗੀਆਂ ਨੇ ਜਿਨ੍ਹਾਂ ਦੇ ਉੱਪਰ ਜਿਹੜਾ ਕਹਿੰਦੇ ਕਿ ਟੈਕਸ ਲੱਗਦਾ ਆ, ਆਮ ਜਨਤਾ ਦੀ ਜੇਬ ਤੇ ਅਸਰ ਜਿਹੜੇ ਉਹ ਜ਼ਰੂਰ ਪੈ ਰਹੇ ਆ। ਪਰ ਜੇ ਅਸੀਂ ਹੁਣ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਆ ਜੇ ਟੈਕਸ ਘਟੇ ਨੇ ਤੇ ਆਮ ਜਨਤਾ ਦੀ ਜੇਬ ਤੇ ਅਸਰ ਹੋਇਆ, ਤੇ ਉਹਨਾਂ ਨੂੰ ਜਿਹੜਾ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹਨਾਂ ਦੇ ਵਿੱਚ ਖੁਸ਼ੀ ਆ, ਕਿਉਂਕਿ ਬਦਲਾਅ ਜਿਹੜਾ ਆ ਉਹ ਹੋਇਆ ਆ। ਤੇ ਉਮੀਦ ਕਰਦੇ ਹਾਂ ਕਿ ਇਹ ਬਦਲਾਅ ਜਿਹੜਾ ਆ ਹੁਣ ਆਮ ਜਨਤਾ ਦੀ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਲੈ ਕੇ ਆਏਗਾ, ਕਿਉਂਕਿ ਜੇ ਅਸੀਂ ਕਹੀਏ ਕਿ ਜਿੱਥੇ ਅਸੀਂ ਸਿਰਫ ਚੀਜ਼ਾਂ ਪੂਰੀਆਂ ਕਰਦੇ ਸੀ, ਜਿੱਥੇ ਅਸੀਂ ਸਿਰਫ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਸੀ, ਉੱਥੇ ਹੁਣ ਆਪਸੀਆਂ ਕਿਉਂਕਿ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਸੋਚਦਾ ਆ, ਜੋ ਉਹ ਕਰਨਾ ਚਾਹੁੰਦਾ ਆ, ਪਰ ਕਿਤੇ ਨਾ ਕਿਤੇ ਪੈਸੇ ਦੀ ਤੰਗੀ ਕਾਰਨ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਅਸੀਂ ਉਹਨਾਂ ਨੂੰ ਛੱਡ ਦਿੰਦੇ ਆ ਕਿ ਠੀਕ ਹੈ ਸਾਡਾ ਸਿਰਫ ਜਿਹੜਾ ਗੁਜ਼ਾਰਾ ਚੱਲ ਜੇ, ਜੋ ਸਾਡੀ ਬਹੁਤ ਜ਼ਰੂਰੀ ਚੀਜ਼ਾਂ ਨੇ ਅਸੀਂ ਪਹਿਲਾਂ ਉਹ ਕਰ ਲਈਏ, ਤੇ ਬਾਅਦ ਦੇ ਵਿੱਚ ਜੇ ਸਾਡੇ ਕੋਲ ਕੁਝ ਬਚਿਆ ਤੇ ਅਸੀਂ ਆਪਦੇ ਆਪ ਵਾਸਤੇ ਕਰ ਲਵਾਂਗੇ। ਪਰ ਹੁਣ ਕੀ ਆ ਕਿ ਜੇ ਉਹੀ ਜਨਤਾ ਦੀ ਜੇਬ ਦੇ ਵਿੱਚ ਪੈਸਾ ਬਚੇਗਾ ਤੇ ਉਹ ਸਿਰਫ ਆਪਦੀਆਂ ਰੋਜ਼ ਦੀਆਂ ਜ਼ਿੰਦਗੀ ਦੀਆਂ ਜਿਹੜੀਆਂ ਆਮ ਚੀਜ਼ਾਂ ਸਿਰਫ ਉਹਨਾਂ ਨੂੰ ਪੂਰਾ ਨਹੀਂ ਕਰਨਗੇ, ਆਪਣੇ ਆਪ ਦੇ ਲਈ ਵੀ ਜਿਹੜਾ ਆ ਜੀ ਪਾਉਣਗੇ, ਕਿਉਂਕਿ ਜਿਹੜਾ ਪਹਿਲਾਂ ਉਹਨਾਂ ਨੂੰ ਟੈਕਸ ਵੱਧ ਪੇ ਕਰਨਾ ਪੈਂਦਾ ਸੀ, ਹੁਣ ਉਹ ਉਹਨਾਂ ਦੀ ਜੇਬ ਦੇ ਵਿੱਚ ਰਹੇਗਾ। ਸੋ ਉਮੀਦ ਹੈ ਕਿ ਇਹ ਬਦਲਾਅ ਜਿਹੜਾ ਆ ਵਾਕਈ ਸੱਚਮੁੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਖੁਸ਼ੀ ਲੈ ਕੇ ਆਏਗਾ ਤੇ ਬਦਲਾਅ ਲੈ ਕੇ ਆਏਗਾ। ਅਗਲੀ ਵਾਰੀ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ, ਹੁਣ ਚਾਹ ਦੇ ਚਰਚਾ ਦੇ ਵਿੱਚ, ਤੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।